ਵਾਹਿਗੁਰੂ। ਜਾ ਕੈ ਸਿਮਰਨ ਸਭ ਕਛ ਪਾਈਐ, ਬਿਰਥੀ ਘਾਲ ਨਾ ਜਾਈ। ਤਿਸ ਪ੍ਰਭ ਤਿਆਗ ਅਵਰ ਕਤ ਰਾਚਹੁ, ਜੋ ਸਭ ਮਹਿ ਰਹਿਆ ਸਮਾਈ। ਹਰਿ ਹਰਿ ਸਿਮਰਹੁ ਸੰਤ ਗੋਪਾਲਾ, ਸਾਧ ਸੰਗ ਮਿਲ ਨਾਮ ਧਿਆਵਹੁ। ਪੂਰਨ ਹੋਵੈ ਘਾਲਾ, ਸਾਰ ਸੰਭਾਲੈ ਨਿਤ ਪ੍ਰਤਿਪਾਲੈ। ਪ੍ਰੇਮ ਸਹਿਤ ਗਲ ਲਾਵੈ, ਕਹੋ ਨਾਨਕ ਪ੍ਰਭ ਤੁਮਰੇ ਬਿਸਰਤ। ਜਗਤ ਜੀਵਨ ਕੈਸੇ ਪਾਵੈ, ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਨ। ਪਰਤਾਖ ਗੁਰੂ ਨਿਸਤਾਰੇ, ਗੁਰ ਬਾਣੀ ਕਹੈ ਸੇਵਕ ਜਨ ਮਨ। ਪਰਤਾਖ ਗੁਰੂ ਨਿਸਤਾਰੇ। ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸੰਧਿਆ ਦੇ ਸਮੇਂ ਤੋਂ ਸੁੰਦਰ ਦੀਵਾਨ ਸਜਾਏ ਗਏ ਨੇ। ਸਜੇ ਹੋਏ ਦੀਵਾਨਾਂ ਅੰਦਰ ਹਾਜ਼ਰੀ ਭਰਦਿਆਂ ਹੋਇਆ ਆਪ ਸੰਗਤਾਂ ਨੇ ਪਾਵਨ ਗੁਰਬਾਣੀ ਰਹਿਰਾਸ ਸਾਹਿਬ ਜੀ ਦੇ ਪਾਠ ਸਰਵਣ ਕੀਤੇ। ਉਪਰੰਤ ਗੁਰੂ ਸਵਾਰੇ ਕੀਰਤਨੀਏ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲੇ, ਤਿੰਨਾਂ ਦੇ ਰਾਗੀ ਜਥੇ ਪਾਸੋਂ ਆਪ ਜੀ ਨੇ ਪਾਵਨ ਗੁਰਬਾਣੀ ਦਾ ਸ਼ਬਦ ਕੀਰਤਨ ਸਰਵਣ ਕੀਤਾ ਹੈ। ਭਾਈ ਸਾਹਿਬ ਜੀ ਬੜੇ ਸੁੰਦਰ ਤਰੀਕੇ ਨਾਲ ਗੁਰਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾ ਰਹੇ ਸਨ। ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਣ ਲਾਏ। ਜਿਸ ਸ਼ਬਦ ਅੰਦਰ ਸਤਿਗੁਰੂ ਜੀ ਨੇ ਇਹ ਜ਼ਿਕਰ ਕੀਤਾ ਹੈ ਕਿ ਜਿਸ ਸਰੀਰ ਵਿੱਚੋਂ ਸਤਿਗੁਰਾਂ ਦੀ ਬਾਣੀ ਵਿਸਰ ਜਾਵੇਗੀ, ਉਸ ਸਰੀਰ ਦਾ ਉਸ ਜੀਵਨ ਦਾ ਹਾਲ ਐਸਾ ਹੋਵੇਗਾ ਜਿਵੇਂ ਇੱਕ ਪੱਕਾ ਰੋਗੀ। ਪੱਕਾ ਰੋਗੀ ਕਹਿੰਦੇ ਨੇ ਕੋਹੜ ਦੇ ਰੋਗੀ, ਜਿਹੜਾ ਰਾਤ ਦਿਨ ਚੈਨ ਨਾ ਪਾਉਂਦਾ ਹੋਵੇ, ਉਸ ਤਰ੍ਹਾਂ ਦੀ ਹਾਲਤ ਉਹਦੀ ਬਣ ਜਾਵੇਗੀ। ਵੈਸੇ ਇਤਿਹਾਸਕ ਵਿਚਾਰ ਮੁਤਾਬਕ ਇਹ ਸ਼ਬਦ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪਾਕਿਸਤਾਨ ਦੀ ਧਰਤੀ ਤੇ ਜ਼ਿਲ੍ਹਾ ਮਿੰਟ ਗੁਮਰੀ ਦੇ ਵਿੱਚ ਦੀਪਾਲਪੁਰ ਨਗਰ ਦੇ ਸਤਿਗੁਰਾਂ ਨੇ ਇਹ ਸ਼ਬਦ ਇੱਕ ਕੋੜੀ ਨੂੰ ਸੰਬੋਧਨ ਕਰਕੇ ਉਚਾਰਨ ਕੀਤਾ ਹੈ।
कि ओदा कोढ़ दा रोग दूर कीता। जियो तपत है बालो बार, तप तप खपै बहुत बेकार। जय तम बाणी विसर जाए, ज्यों पक्का रोगी बिन लाए। बहुता बोलन झक्खन होए, बिन बोले जानै सब सोए रहाओ। जिन कन कीते अखी डाग, जिन जिहवा दित्ती बोले ताग। जिन मन रखिया अग्नि पाए, वाजै पवन आखै सब जाए। जेता मोह प्रीत सुवाद, सब्बा कालक दागा दाग। दाग दोष मोह चलिया लाए, दरगह बैसन नाहि जाए। कर्म मिला आखन तेरा नाव, जित लग करना होर नहीं थाओ। जे को डूबै फिर होवै सार, नानक साचा सर्ब दातार। ਉਹ ਸੱਚਾ ਵਾਹਿਗੁਰੂ ਸਾਰਿਆਂ ਦਾ ਦਾਤਾ ਜਿਹੜਾ ਹੈ, ਉਹਨਾਂ ਦੀ ਵੀ ਸਾਂਭ ਸੰਭਾਲ ਕਰਦਾ। ਜੇ ਕੋਈ ਵਿਸ਼ਿਆਂ ਵਿਕਾਰਾਂ ਵਿੱਚ ਵੀ ਡੁੱਬ ਜਾਂਦਾ ਤੇ ਉਹਨਾਂ ਦੀ ਸਾਰ ਉਹ ਕਰਦਾ ਹੈ। ਅਥਵਾ ਜੇ ਕੋ ਡੂਬੈ ਫਿਰ ਹੋਵੈ ਸਾਰ, ਜੇ ਕੋਈ ਸਤ ਸੰਗਤ ਰੂਪੀ ਸਰੋਵਰ ਵਿੱਚ ਡੁਬਕੀਆਂ ਲਾਉਣਾ ਕਰੇ, ਉਹਦੀ ਹੀ ਸਾਰ ਸੰਭਾਲ ਵਾਹਿਗੁਰੂ ਕਰਦਾ ਹੈ। ਜਿਹੜਾ ਨਾਮ ਸਿਮਰਨ ਦੇ ਸਰੋਵਰ ਵਿੱਚ ਡੁਬਕੀਆਂ ਲਾਉਂਦਾ ਹੈ, ਉਹਦੀ ਸਾਰ ਫਿਰ ਮਾਲਕ ਲੈਂਦਾ ਹੈ। ਸੋ ਇਉਂ ਪਾਵਨ ਸ਼ਬਦ ਦੇ ਰਾਹੀਂ ਸਤਿਗੁਰਾਂ ਨੇ ਬਾਣੀ ਤੇ ਸਿਮਰਨ ਦੀ ਮਹਾਨਤਾ ਸਾਨੂੰ ਦਰਸਾਈ ਹੈ। ਕਿਉਂਕਿ ਕਈ ਵਾਰ ਸਾਡੇ ਮਨ ਦਾ ਇੱਕ ਭੁਲੇਖਾ ਪੈ ਜਾਂਦਾ ਹੈ। ਕਈ ਵੀਰ ਕਹਿੰਦੇ ਕੇਵਲ ਸਿਮਰਨ ਕਰਨਾ ਚਾਹੀਦਾ, ਕਈ ਵੀਰ ਕਹਿੰਦੇ ਕੇਵਲ ਬਾਣੀ ਪੜ੍ਹਨੀ ਚਾਹੀਦੀ। ਪਰ ਗੁਰਬਾਣੀ ਨੇ ਫੈਸਲਾ ਦਿੱਤਾ ਹੈ, ਆਇਓ ਸੁਣਨ ਪੜ੍ਹਨ ਕਉ ਬਾਣੀ। ਨਾਮ ਵਿਸਾਰ ਲੱਗੇ ਅਣ ਲਾਲਚ, ਬਿਰਥਾ ਜਨਮ ਵਰਾਣੀ। ਗੁਰਬਾਣੀ ਕਹਿੰਦੀ ਹੈ ਸਿਮਰਨ ਵੀ ਕਰਨਾ ਤੇ ਬਾਣੀ ਵੀ ਪੜ੍ਹਨੀ। ਸਾਡੇ ਵਿਚਾਰ ਆਪਣੇ ਆਪਣੇ ਹੋ ਸਕਦੇ ਹੈ, ਪਰ ਗੁਰੂ ਦੇ ਵਿਚਾਰ ਇਹ ਕਹਿ ਰਹੇ ਨੇ ਕਿ ਸਿੱਖਾ ਤੂੰ ਬਾਣੀ ਵੀ ਪੜ੍ਹਨੀ ਹੈ ਤੇ ਸਿਮਰਨ ਵੀ ਕਰਨਾ ਹੈ। ਗੁਰੂ ਕੀ ਬਾਣੀ ਤਾਂ ਸਿੱਖ ਦਾ ਜੀਵਨ ਹੀ ਇਹ ਦੱਸ ਰਹੀ ਹੈ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਗੁਰੂ ਕੀ ਬਾਣੀ ਨੇ ਸਿਮਰਨ ਤੇ ਬਾਣੀ ਜਿਹੜੇ ਹੈ ਉਹ ਇਕੱਠੇ ਕੀਤੇ ਨੇ ਕਿ ਦੋਨਾਂ ਦਾ ਜਾਪ ਕਰਨਾ। ਇੱਕ ਗੱਲ ਨੋਟ ਕਰਨ ਵਾਲੀ ਗੁਰਮੁਖੋ, ਸਿਮਰਨ ਦਾ ਅਰਥ ਹੁੰਦਾ ਯਾਦ, ਵਾਹਿਗੁਰੂ ਦੀ ਯਾਦ। ਸਿਮਰਨ ਦਾ ਅਰਥ ਹੈ ਵਾਹਿਗੁਰੂ ਦੀ ਯਾਦ। ਜਿਹੜਾ ਕਰਮ ਕਰਦੇ ਆ ਵਾਹਿਗੁਰੂ ਦੀ ਯਾਦ ਆਉਂਦੀ ਹੈ, ਉਹ ਹਰ ਚੀਜ਼ ਸਿਮਰਨ ਬਣ ਜਾਂਦੀ ਹੈ। ਸੇਵਾ ਕਰਦੇ ਆ, ਰੱਬ ਨਾਲ ਸੁਰਤ ਜੁੜੀ ਹੋਈ ਹੈ ਤੇ ਸਿਮਰਨ ਬਣ ਜਾਵੇਗਾ। ਬਾਣੀ ਪੜ੍ਹਦੇ ਆ, ਰੱਬ ਨਾਲ ਸੁਰਤ ਜੁੜੀ ਹੈ ਤੇ ਸਿਮਰਨ ਬਣ ਜਾਵੇਗਾ। ਕਥਾ ਕੀਰਤਨ ਸੁਣਦੇ ਆ, ਸੁਰਤ ਟਿਕੀ ਹੋਈ ਹੈ ਤੇ ਇਹ ਵੀ ਸਿਮਰਨ ਬਣ ਜਾਵੇਗਾ। ਤੇ ਜੇ ਪਿਆਰਿਓ ਸੁਰਤ ਨਹੀਂ ਜੁੜੀ ਤੇ ਸਿਮਰਨ ਵੀ ਸਿਮਰਨ ਨਹੀਂ ਹੋਵੇਗਾ। ਇਹ ਧਿਆਨ ਦੇਣਾ ਗੁਰੂ ਪਿਆਰ ਵਾਲਿਓ। ਸੋ ਸਿਮਰਨ ਦੀ ਗੱਲ ਅਤੇ ਬਾਣੀ ਦੀ ਗੱਲ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਅੰਦਰ ਸਮਝਾਈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ ਸੰਸਕ੍ਰਿਤੀ ਦੀ ਪਾਵਨ ਬਾਣੀ ਵਿੱਚ। ਉੱਥੇ ਵੀ ਮਹਾਰਾਜ ਨੇ ਸਿਮਰਨ ਦੀ ਗੱਲ ਕੀਤੀ ਕਿ ਸਿਮਰਨ ਤੋਂ ਬਿਨਾਂ, ਗੁਰੂ ਦੇ ਮੰਤਰ ਤੋਂ ਬਿਨਾਂ ਸਾਡਾ ਜੀਵਨ ਜਿਹੜਾ ਉਹ ਤਰਕਾਰਯੋਗ ਹੈ। ਅਸੀਂ ਪਾਵਨ ਬੋਲ ਪੜ੍ਹਦੇ ਹਾਂ, ਗੁਰ ਮੰਤਰ ਹੀ ਰਸ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਨ ਹੈ। ਕੂਕੜ ਹੈ, ਸੂਕੜ ਹੈ, ਗਰਦਬ ਹੈ, ਕੱਕ ਹੈ, ਸਰਪਣ ਹੈ, ਤੁਲ ਖਲ ਹੈ। ਪਾਤਸ਼ਾਹ ਕਹਿੰਦੇ ਨੇ ਗੁਰੂ ਦੇ ਮੰਤਰ ਤੋਂ, ਸਿਮਰਨ ਤੋਂ ਹੀਰਾ ਜਿਹੜਾ ਜੀਵਨ ਹੈ, ਉਸ ਜੀਵਨ ਨੂੰ ਲਾਹਨਤ ਹੈ। ਉਹ ਜੀਵਨ ਜਿਹੜਾ ਭ੍ਰਸ਼ਟ ਹੈ, ਉਸ ਜੀਵਨ ਦਾ ਕੋਈ ਲਾਭ ਨਹੀਂ। ਕਿਉਂਕਿ ਗੁਰੂ ਪਿਆਰ ਵਾਲਿਓ ਸਤਿਗੁਰਾਂ ਨੇ ਬਾਣੀ ਦੇ ਵਿੱਚ ਵਾਰ-ਵਾਰ ਇਹ ਗੱਲ ਸਮਝਾਈ ਹੈ ਕਿ ਸਿਮਰਨ ਤੋਂ ਬਿਨਾਂ ਜੀਵਨ ਜਿਹੜਾ ਉਹ ਵਿਅਰਥਾ ਹੈ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜਾਈ। ਨਵ ਖੰਡਨ ਕੋ ਰਾਜ ਕਮਾਵੈ, ਅੰਤ ਚੱਲੈ ਕੋ ਹਾਰੀ। ਮਹਾਰਾਜ ਕਹਿੰਦੇ ਸਿਮਰਨ ਤੋਂ ਬਿਨਾਂ ਜਿਹੜਾ ਜੀਵਨ ਬਤੀਤ ਹੋਣਾ ਹੈ, ਉਹ ਤਾਂ ਸੱਪ ਵਰਗਾ ਜੀਵਨ ਹੈ। ਸੱਪ ਵਾਂਗ ਉਮਰ ਬਤੀਤ ਕਰਨੀ ਹੈ। ਭਾਵੇਂ 9 ਖੰਡਾਂ ਦਾ ਰਾਜ ਵੀ ਕੋਈ ਕਮਾ ਲੈਣਾ ਕਰੇ, ਪਰ ਰੱਬ ਦੀ ਬੰਦਗੀ ਤੋਂ ਬਿਨਾਂ ਅੰਤ ਨੂੰ ਹਾਰ ਕਰਕੇ ਚਲਾ ਜਾਵੇਗਾ।
क्योंकि पातशाह कहते ने कहो नानक प्रभ तुमरे बिसरत जगत जीवन कैसे पावे। ਉਹਨੂੰ ਵਿਸਾਰ करके भला जीवन किवें पा सकदा। ये जीव जीवन नहीं प्राप्त कर सकता, क्योंकि गुरमुख का फैसला है कि सो जीविया जिस मन वसिया सोए नानक अवर न जीवै कोई। वो जिउंदा है जिहदे मन विच वाहिगुरू वसिया। दूजियां नूं मेरे मालक की बाणी ने मुरदियां दे तुल के आ कि तू मुरदियां समान है, जिन्हें सिमरन नहीं कीता जिहड़ा वाहिगुरू दी याद विच जुड़िया नहीं। गुर मंत्र ही रस जो प्राणी। मंत्र की है गुरु का। भाई गुरदास जी का प्रमाण लै ली। भाई साहब जी लिखते ने वाहिगुरू गुर मंत्र है जप हौमै कोई, जप हौमै खोई। भाई साहब जी कहते ने वाहिगुरू ये गुरु का मंत्र है जिसनों जपण दे नाल हौमै नाश हुंदी। पर एक गल नोट करियो, आपां सिमरन क्यों करना है, सेवा क्यों करनी है। वैसे मैं आज एक ही विषय रखना है, कल नूं आप जी नाल सेवा का विषय जरूर साझा करांगा कि सेवा किवें करनी चाहिए गुरबाणी की रोशनी विच। ध्यान देना गुरु प्यार वाल सेवा ते सिमरन जिहड़ा है ये साडा जीवन है सिख दा। जिहदे जीवन विच दो चीज़ां निकल गईयां उहदा जीवन जिहड़ा वो बेकार हो जावेगा। इस करके ध्यान देना पावन बाणी ने फैसला दिता है कि सिमरन तो बिना जिहड़ा जीवन अधूरा है। हुण भाई साहब जी कहते हैं वाहिगुरू गुर मंत्र है जप हौमै खोई। ये सिमरन करके ये हौमै जिहड़ी दूर करनी है। पर इत्थे ये भी सोचना पवेगा कई बार सिमरन करके हौमै आ भी जाती है। ध्यान देना इस गल को समझने का यत्न करना। मैं बाबा फरीद जी का एक वचन आप जी नाल सांझ पावांगा, सौखी समझ पै जाएगी। ध्यान देना गुरु प्यार वालों सेवा करनी है, सिमरन करना है, कथा कीर्तन सुनना है, गुरबाणी पढ़नी गुरबाणी सुननी। ये सारे कर्म क्यों करने हैं कि साडी हौं खत्म हो जाए। जिन्ना चिर हौं नहीं खत्म होती उन्ना चिर असीं आनंद विच नहीं जा सकते। भगत कबीर साहब नूं पुछ के देखो, भगत कबीर जी कहते हैं कबीर जा दिन हौं हुआ पातशाह भया आनंद। जिस दिन हौं मर गई उस दिन ही आनंद होया, उदों पहला आनंद नहीं जे। कबीर जा दिन हौ हुआ पातशाह भया आनंद। मोह मिलियो प्रभ अपना संगी भजे गोबिंद। कहते मैनू को अपना मालक मिल गया, परमेश्वर मिल गया। मेरे संगी अखा नक कन हाथ शरीर के जिहड़े संगी ने वो भी रब की याद में जुड़े। हुण अखा माड़ा नहीं तकदियां, कन माड़ा सुनते नहीं, पैर माड़े पासे चलते नहीं। ये सारे संगी भी हुण रब की याद में जुड़ गए। ध्यान देना गुरु प्यार वालियो सिमरन करके हौमे दूर करनी है। पर जे सिमरन करके हौमे आ गई तो सबको बड़ा नुकसान होगा। बाबा फरीद जी ने एक बड़ा सुंदर बोल उच्चारण किया है, खेती की उदाहरण की है। चलो भावें कई नहीं खेती करते पर समझ तो सारिਆਂ ਨੂੰ ਹੁੰਦੀ है भी खेती की। गुरु प्यार वाले ਜਿਹੜੇ करते हैं उन्होंने खेती समझ आ जाती है। इंडिया की धरती से तकरीबन आप ਜਿਹੜੇ ਜ਼ਿਮੀਂਦਾਰ ने वो खेती करते ही आए हैं। भावें बहुती ना करता हो कोई वेखता तो रहा ही। ध्यान देना गुरु प्यार वाले बाबा फरीद जी ने खेती की उदाहरण दी है। फरीदा तत्ती तोए न पल्लवै जे जल टुब्बी दे जो दुहागण रखदी चूरेंदी चूरे। उत्थे वचन किया है खेती का, जिवें झोने की खेती होंदी है। हुण मेरे ख्याल नाल उही मौसम इंडिया की धरती से लंघ चुका है कि कणकां की अगे बिजाई जिहड़ी है कई थावां ते हो गई है तो कई थावां ते हो रही है। ध्यान देना झोने की जो खेती पंजाब की धरती से बीजी जाती है ना, तो गुरु प्यार वालों उस वेले पानी की लागत बड़ी है झोने में, तो पानी की बड़ी घाट आती है। पट्ठे बीजे होंगे है पशुओं वास्ते चारा जिहड़ा है चरी आदि मक्की आदि। कई बार पानी की घाट होने कारण वो पट्ठे जिहड़े सुक जाते हैं, क्योंकि किसान चाहता कि मेरी फसल बच जाए, पट्ठियां का मैं गुजारा कर लाँगा, तूड़ी भी पा लवांगा, पर मेरी फसल बचनी चाहिए है। वो इसनूं एक वर्खा ते मीह ते निर्भर कर दिंदा है कि जे मीह पै जाएगा तो हरी हो जाएगी तो ठीक है, ना भी होएगी तो तूड़ी ना सड़ जाएगा पर झोना ना सुक जाए। ध्यान देना गुरु प्यार वालों, जिहड़ी पानी तो बिना खेती सुकी हुंदी है
ਜਦੋਂ ਮੀਂਹ ਪੈ ਜਾਵੇ ਤੇ ਉਹ ਮੁੱਢਾਂ ਵਿੱਚੋਂ ਫੇਰ ਫੁੱਟ ਕੇ ਹਰੀ ਹੋ ਜਾਂਦੀ ਹੈ। ਦੂਜੀ ਖੇਤੀ ਉਹ ਹੁੰਦੀ ਹੈ ਜਿਹੜੀ ਗੁਰੂ ਪਿਆਰ ਵਾਲਿਓ ਪਾਣੀ ਖਲੋਣ ਕਰਕੇ ਸੁੱਕ ਜਾਂਦੀ ਹੈ। ਚਰੀ ਜਿਹੜੀ ਹੈ ਨਾ ਮੱਕੀ, ਜ਼ਿਆਦਾ ਪਾਣੀ ਖਲੋ ਜਾਵੇ ਤੇ ਉਹ ਫਿਰ ਵੀ ਸੁੱਕ ਜਾਂਦੀ ਹੈ। ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੀ ਪਾਣੀ ਤੋਂ ਬਿਨਾਂ ਸੁੱਕੀ ਹੈ ਉਹਦੀ ਤਾਂ ਹਰੀ ਹੋਣ ਦੀ ਆਸ ਹੈ, ਪਰ ਜਿਹੜੀ ਪਾਣੀ ਦੇ ਵਿੱਚ ਸੁੱਕ ਗਈ ਹੈ ਉਹਨੂੰ ਭਾਵੇਂ ਟੁੱਬੀਆਂ ਲਵਾ ਦਿਓ ਉਹ ਦੁਬਾਰਾ ਹਰੀ ਨਹੀਂ ਜੀ ਹੁੰਦੀ। ਜਿਹਨੇ ਅਜੇ ਬਾਣੀ ਸਿਮਰਨ ਅਭਿਆਸ ਨਹੀਂ ਕੀਤਾ, ਸੇਵਾ ਨਹੀਂ ਕੀਤੀ ਅਤੇ ਕੋਈ ਕਥਾ ਕੀਰਤਨ ਸਮਾਗਮ ਵਿੱਚ ਹਾਜ਼ਰੀ ਨਹੀਂ ਭਰੀ, ਉਹਦੇ ਵਿੱਚ ਜਿਹੜੀ ਹਉਮੈ ਆ ਉਹ ਤਾਂ ਹਉਮੈ ਦੂਰ ਹੋ ਸਕਦੀ ਹੈ ਸੇਵਾ ਸਿਮਰਨ ਕਰਕੇ, ਬਾਣੀ ਪੜ੍ਹ ਕਰਕੇ, ਸਤ ਸੰਗਤ ਕਰਕੇ। ਪਰ ਗੁਰੂ ਪਿਆਰ ਵਾਲਿਓ ਜਿਹੜੀ ਸਤ ਸੰਗਤ ਕਰਕੇ, ਨਾਮ ਸਿਮਰਨ ਅਭਿਆਸ ਕਰਕੇ, ਕਥਾ ਕੀਰਤਨ ਕਰਕੇ ਜਾਂ ਗੁਰੂ ਪਿਆਰ ਵਾਲਿਓ ਸੇਵਾ ਕਰਕੇ ਹਉਮੈ ਆ ਗਈ ਆ, ਉਹ ਹਉਮੈ ਦੂਰ ਨਹੀਂ ਹੁੰਦੀ। ਅਸਲ ਵਿੱਚ ਹਉਮੈ ਦੂਰ ਕਰਨ ਵਾਸਤੇ ਸੇਵਾ ਕਰਨੀ, ਹਉਮੈ ਦੂਰ ਕਰਨ ਵਾਸਤੇ ਸਿਮਰਨ ਕਰਨਾ ਹੈ। ਤੇ ਜੇ ਮੇਰੇ ਵਰਗਾ ਆਖੇ ਮੇਰੇ ਵਰਗਾ ਅਭਿਆਸੀ ਕੋਈ, ਮੇਰੇ ਵਰਗੀ ਅਵਸਥਾ ਹੀ ਕਿਸੇ ਦੀ ਨਹੀਂ, ਮੇਰੇ ਜਿੰਨੀ ਬਾਣੀ ਕੋਈ ਨਹੀਂ ਪੜ੍ਹਦਾ, ਮੇਰੇ ਜਿੰਨੀ ਸੇਵਾ ਹੀ ਨਹੀਂ ਕੋਈ ਕਰ ਸਕਦਾ, ਲਾਗੀ ਨੇ ਕਿਸੇ ਨੂੰ ਲੱਗਣ ਦੇਵੇ, ਉਹ ਕਾਹਦਾ ਜੀਵਨ ਗੁਰੂ ਪਿਆਰ ਵਾਲਿਓ। ਨਹੀਂ, ਹਉਮੈ ਤਾਂ ਦੂਰ ਕਰਨੀ ਇਹ ਕਰਮ ਕਰਕੇ, ਪਰ ਜੇ ਇਹ ਹਉਮੈ ਆ ਗਈ ਤੇ ਫਿਰ ਸਾਰਾ ਜੀਵਨ ਜਿਹੜਾ ਉਹ ਬਰਬਾਦ ਹੋ ਜਾਵੇਗਾ। ਕਿਉਂਕਿ ਗੁਰੂ ਅੰਗਦ ਸਾਹਿਬ ਨੇ ਇਹ ਬਚਨ ਕਹੇ ਨੇ, ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ। ਹਉਮੈ ਦਾ ਰੋਗ ਸਭ ਤੋਂ ਵੱਡਾ ਆਖਿਆ ਹੈ ਤੇ ਇਹਦੇ ਕਾਰਨ ਬੰਦੇ ਦਾ ਜੰਮਣਾ ਤੇ ਮਰਨਾ ਹੈ। ਹਉਮੈ ਇਹੀ ਬੰਧਨਾ ਫਿਰ ਜੂਨੀ ਪਾਹੇ, ਇਹੀ ਬੰਧਨ ਰੂਪ ਹੈ। ਇਹਦੇ ਕਾਰਨ ਹੀ ਵਾਰ-ਵਾਰ ਬੰਦਾ ਜੂਨੀਆਂ ਦੇ ਵਿੱਚ ਆਉਂਦਾ ਹੈ। ਸਿਮਰਨ ਕਰਨਾ ਹੈ, ਸੇਵਾ ਕਰਨੀ ਹੈ ਤੇ ਪਿਆਰੀ ਹੋਣ ਦਾ ਤਿਆਗ ਕਰਨਾ ਪਵੇਗਾ। ਕਿਉਂਕਿ ਵਿਦਵਾਨ ਲਿਖਦੇ ਨੇ ਇੱਕ ਸ਼ਬਦ ਆਪਾਂ ਆਮ ਸੁਣਦੇ ਹਾਂ ਕਿ ਤਿਆਗੀ। ਤਿਆਗੀ ਦਾ ਅਰਥ ਕੀ ਹੈ? ਤਿਆਗ ਦਿੱਤੀ ਕੋਈ ਚੀਜ਼। ਪਰ ਗੁਰੂ ਪਿਆਰ ਵਾਲਿਓ ਜੇ ਕੁਝ ਤਿਆਗ ਕਰਕੇ ਬੰਦਾ ਆਖੇ ਮੈਂ ਤਿਆਗੀ ਤੇ ਮੈਂ ਤਾਂ ਛੱਡੀ ਨਹੀਂ, ਜਿਹਨੂੰ ਛੱਡਣਾ ਉਹ ਤਾਂ ਤਿਆਗੀ ਨਹੀਂ। ਤਿਆਗੀ ਹੋ ਗਏ, ਤਿਆਗ ਦਾ ਮਾਣ ਕਰਨਾ ਉਹ ਵੀ ਪੂਰਾ ਸਿਰੇ 'ਤੇ ਨਹੀਂ ਚੜ੍ਹੇਗਾ। ਤਿਆਗ ਦਾ ਵੀ ਤਿਆਗ ਕਰਨਾ ਗੁਰਮਤ ਹੈ ਕਿ ਜੋ ਛੱਡ ਦਿੱਤਾ ਹੈ ਉਹਦੇ ਤੇ ਵੀ ਮੈਂ ਦੀ ਮੋਹਰ ਨਹੀਂ ਲਾਉਣੀ ਕਿ ਮੈਂ ਛੱਡਿਆ ਹੈ, ਉਹਦੇ ਤੇ ਵੀ ਕਹਿਣਾ ਕਿ ਦਾਤੇ ਨੇ ਕਿਰਪਾ ਕੀਤੀ ਮੇਰੇ ਤੋਂ ਇਹ ਔਗਣ ਛੁਡਾ ਦਿੱਤਾ। ਮੈਂ ਨਹੀਂ ਕਹਿਣਾ ਕਿ ਮੈਂ ਛੱਡ ਦਿੱਤਾ ਹੈ, ਮੈਂ ਸੁਧਰ ਗਿਆ, ਨਹੀਂ, ਗੁਰੂ ਨੇ ਕਿਰਪਾ ਕੀਤੀ ਤੇ ਮੇਰਾ ਜੀਵਨ ਬਦਲ ਗਿਆ। ਗੁਰੂ ਨੇ ਕਿਰਪਾ ਕੀਤੀ, ਮੇਰੇ ਵਿੱਚੋਂ ਔਗਣ ਦੂਰ ਹੋਏ, ਨਹੀਂ ਤੇ ਮੇਰੀ ਔਕਾਤ ਨਹੀਂ ਸੀ ਕਿ ਮੈਂ ਔਗਣ ਛੱਡ ਸਕਦਾ। ਧਿਆਨ ਦੇਣਾ ਗੁਰੂ ਪਿਆਰ ਵਾਲਿਓ। ਸੋ ਇਸ ਕਰਕੇ ਇਹ ਕਰਮ ਕਰਨਾ ਹੈ ਆਪਾਂ ਹਉ ਦੇ ਤਿਆਗ ਵਾਸਤੇ। ਤੇ ਪਾਤਸ਼ਾਹ ਕਹਿੰਦੇ ਨੇ ਜਿਹਨੇ ਸਿਮਰਨ ਨਹੀਂ ਕੀਤਾ ਉਹਦੀ ਹਉਮੈ ਵੀ ਦੂਰ ਨਹੀਂ ਹੋ ਸਕਦੀ। ਹਉਮੈ ਵੀ ਸਿਮਰਨ ਨੇ ਦੂਰ ਕਰਨੀ। ਭਾਈ ਗੁਰਦਾਸ ਜੀ ਕਹਿ ਰਹੇ ਨੇ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਹੋਈ। ਜਪ ਕਰਕੇ ਹਉਮੈ ਨੂੰ ਦੂਰ ਕਰਨਾ ਹੈ, ਹਉਮੈ ਲਿਆਉਣੀ ਨਹੀਂ, ਹਉਮੈ ਨੂੰ ਖਤਮ ਕਰਨਾ ਹੈ। ਧੰਨ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਗੁਰਮੰਤਰ ਹੀ ਨਸ ਜੋ ਪ੍ਰਾਣੀ ਤਿਰਗੰਤ ਜਨਮ ਭ੍ਰਸ਼ਟ ਨ ਹੈ। ਗੁਰੂ ਦੇ ਮੰਤਰ ਤੋਂ, ਗੁਰੂ ਦੇ ਸਿਮਰਨ ਤੋਂ ਜਿਹੜਾ ਹੀਣਾ ਪ੍ਰਾਣੀ ਹੈ ਉਹਦਾ ਜੀਵਨ ਜਿਹੜਾ ਉਹ ਤ੍ਰਿਕਾਰਯੋਗ ਹੈ, ਉਹਦਾ ਜੀਵਨ ਜਿਹੜਾ ਉਹ ਭ੍ਰਸ਼ਟ ਹੋ ਗਿਆ, ਕਿਸੇ ਕੰਮ ਨਹੀਂ ਆਇਆ। ਕਿੰਨਾ ਕੁ ਭ੍ਰਸ਼ਟ ਹੋਇਆ? ਕੂਕਰ ਹੈ, ਸੂਕਰ ਹੈ, ਗਰਦਬ ਹੈ, ਕਾਕਾ ਹੈ, ਸਰਪਣ ਹੈ, ਤੁਲ ਖਲੇ। ਖਲੇ ਕਹਿੰਦੇ ਨੇ ਮੂਰਖ ਨੂੰ, ਤੁਲ ਕਹਿੰਦੇ ਨੇ ਬਰਾਬਰ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਮੂਰਖ ਜੀਵ ਦਾ ਜੀਵਨ ਕੂਕਰ ਹੈ, ਤੁਲ ਭਾਵ ਕਿ ਕੁੱਤੇ ਦੇ ਬਰਾਬਰ ਹੈ, ਕੁੱਤੇ ਵਰਗਾ ਉਹਦਾ ਜੀਵਨ ਹੈ। ਕਿਉਂਕਿ ਪਾਵਨ ਬਾਣੀ ਦੇ ਵਿੱਚੋਂ ਅਸੀਂ ਬੋਲ ਪੜ੍ਹਦੇ ਹਾਂ, ਨਾਮ ਬਿਨਾ ਜੋ ਪਹਿਰਾ ਖਾਏ ਜਿਉ ਕੂਕਰ ਜੂਠਣ ਮਹਿ ਪਾਏ। ਹੁਣ ਉੱਥੇ ਅਰਥ ਕੀ ਕਰਾਂਗੇ? ਪਾਤਸ਼ਾਹ ਕਹਿੰਦੇ ਰੱਬ ਦੀ ਬੰਦਗੀ ਤੋਂ ਬਿਨਾ ਜਿਹੜਾ ਜੀਵ ਖਾਂਦਾ ਤੇ ਪਹਿਨਦਾ ਹੈ ਉਹਦਾ ਖਾਣਾ ਇਉਂ ਹੈ ਜਿਵੇਂ ਕੁੱਤੇ ਦੇ ਜੂਠੇ ਭਾਂਡੇ ਵਿੱਚ ਛਕ ਰਿਹਾ ਹੋਵੇ। ਉਹਦਾ ਖਾਣਾ ਇਹੋ ਜਿਹਾ ਜੋ ਕੂਕਰ ਜੂਠਣ ਮਹਿ ਪਾਏ, ਜਿਵੇਂ ਕੁੱਤੇ ਦੀ ਜੂਠ ਵਿੱਚ ਮੰਨ ਲਓ ਕਿ ਹੱਥ ਮਾਰਿਆ, ਭਾਵ ਉਸ ਤਰ੍ਹਾਂ ਦਾ ਖਾਣਾ ਉਹਦਾ ਹੈ। ਜਿਹਨੇ ਨਾਮ ਤੋਂ ਬਿਨਾਂ ਵਸਤਰ ਪਹਿਨਣਾ ਕੀਤੇ ਨੇ, ਉਹਦੀ ਬੰਦਗੀ ਤੋਂ ਬਿਨਾਂ ਛਕਣਾ ਕੀਤਾ ਹੈ। ਹੁਣ ਕੂਕਰ ਹੈ, ਗੁਰਬਾਣੀ ਦੇ ਵਿੱਚ ਕੁੱਤੇ ਨੂੰ ਵੀ ਵਡਿਆਈ ਦਿੱਤੀ। ਦੋ ਤਰ੍ਹਾਂ ਦੇ ਕੁੱਤਿਆਂ ਦਾ ਜ਼ਿਕਰ ਗੁਰਬਾਣੀ ਵਿੱਚ ਕੀਤਾ ਹੈ। ਕਿਉਂਕਿ ਹਰ ਕੋਈ ਵੀ ਨਸਲ ਰੱਬ ਨੇ ਪੈਦਾ ਕੀਤੀ ਹੈ ਨਾ, ਉਹਦੇ ਵਿੱਚ ਦੋ ਚੀਜ਼ਾਂ, ਇੱਕ ਚੰਗਾ ਇੱਕ ਮਾੜਾ। ਧਿਆਨ ਦੇਣਾ, ਚੰਗਾ ਤੇ ਮਾੜਾ ਇਨਸਾਨ 'ਚ ਵੀ ਆਉਂਦਾ ਹੈ, ਪਸ਼ੂਆਂ 'ਚ ਵੀ ਆਉਂਦਾ ਹੈ, ਸਾਰੀਆਂ ਚੀਜ਼ਾਂ ਦੇ ਵਿੱਚ ਇਹ ਤੁਰਿਆ ਜਾਵੇਗਾ। ਧਿਆਨ ਦੇਣਾ ਗੁਰੂ ਪਿਆਰ ਵਾਲ, ਇੱਕ ਹੈ ਵਫਾਦਾਰ ਕੁੱਤਾ ਜਿਹਨੂੰ ਚੰਗਾ ਕਿਹਾ ਜਾਂਦਾ, ਦੂਜਾ ਹੈ ਅਵਾਰਾ ਕੁੱਤਾ
महाराज ने दोनों का बाणी में जिक्र किया है। वफादार कुत्ते तो सानू सिक्ख्या दी गुरु तेग बहादुर पातशाह जी ने। आते गुरु प्यार वालियो, पहला वचन ये कि सिमरन तो बिना साडा जीवन एक कुत्ते वर्गा, एक सूर वर्गा भी दर्शाया गुरु तेग बहादुर पातशाह जी ने। महाराज वचन करते ने भोग के श्लोकां विच, एक भगत भगवान जिह प्राणी कै नाहि मन, ध्यान दे जाओ। एक भगत भगवान, एक भगवान वाहिगुरु की भगती, जिह प्राणी कै नाहि मन, जिस जीव के मन में है नहीं, जैसे सूकर स्वान नानक मानो ताहि तन। कहते जैसे जैसे जिस तरह सूकर सूर का ते स्वान कुत्ते का शरीर है, कहते उन्हां दा शरीर भी जिहड़ा नानक मानो ताहि तन, तिसदा तन भी ओहो जा जानो जिहो जा कुत्ते का ते सूर का शरीर है। दूजे पासे महाराज कहते ने कुत्ता भी तेरे नाल चंगा, स्वामी को गृह ज्यों सदा, स्वान तजन नहीं जित, नानक यह विद हर भजो, एक मन होए एक चित। महाराज कहते ने जिवें अपने मालिक का दर, अपने मालिक का घर कुत्ता कदे छड्डदा नहीं, इसे तरह तू भी मालिक का वफादार बन, एक मन ते एक चित होकर के उस परमेश्वर का सिमरन करना कर। विद्वाना ने एक बोल लिखिया, एक सूफी कवि होया बुल्ले शाह, उन्हें बड़े सुंदर बोल लिखे ने। वो लिखता है, उन्हें अपने जीवन की घटना लिखी है। एक दिन बुल्ले शाह अपने गुरु नाल किसी गलों नाराज हो गया, नाराज होकर के वापस आ गया। जदों वापस आ रहा है तो पिंड दे विच वड़िया तो की देखता है, घर के सामने एक मनुख खड़ा है तो वह अपने घरों कुत्ते कुट कुट के बाहर कढ़ता पाया, तो कुत्ता भौं भौं करके फिर उस घर में वड़ता पाया। कहते ने मालक कुटदा है तो कुत्ता फिर आ करके पैरों में टै पैंदा है। बुल्ले ने तकिया ते मन झिझोड़िया गया, आख्या बुल्लिया तेरे नालों तो कुत्ता चंगा जिन्हों मालिक कुट कुट के बाहर कढ़दा तो फिर भी मालिक का दर नहीं छड्डदा, तू निक्की जी गलों अपने मालिक नाल उस करके आ गया। चल बुल्लिया अपने गुरु के काल नहीं ते गुरु के कोल नहीं तो एक कुत्ता तेरे नाल अगे लंघ जाएगा। उन्हें वचन लिखे ने बुल्ले शाह ने, राती जागे सेक सदावे, राती जागण कुत्ते तै कुन कुत्ते। जे तू रात जागदा है तो अपने आप को वड्डा खवाउणा है, राती तां कुत्ते भी जागते हैं, वो भी तेरे नालों अगे लंघ गए ने। सारी रात को पहरा देवण, जिहा वंज अरूड़ी ते सुते तै कुन कुत्ते। सारी रात को पहरा दिंदे ने कुत्ते, आते दिने रूड़ियां ते सौ करके गुजार दिंदे ने। बुल्लिया तेरे नालों तां वो भी अगे ने। कहते ने मालिक का दर कदे ना छोड़न, चाहे सै वरिया पिया कुत्ते तै कुन कुत्ते। वो अपने मालिक का दर कदे नहीं छड्डदे, भावें 100 वार मालिक उन्होंने कुटना करे। ते अगे लिखते ने बुल्ले शाह हुण मुर्शिद मना घेन, नहीं तो बाजी लैंदे कुत्ते तै कुन कुत्ते। बुल्लिया तू भी अपने मालिक नूं मना लै, नहीं तो ये कुत्ते बाजी लै जांदे तेरे नालों अगे लग चले। ध्यान देना गुरु प्यार वाल, रब का प्यारा कोई भी होया है उन्हें हर वस्तु के विचों सिक्ख्या लई है, क्योंकि वह ध्यान चंगे कर्म वाल हुंदा है। ध्यान आपो अपना बिरती आपो अपनी। मैं अगे भी वचन किया सी, हुण मोर है तो बड़ा सुंदर पंछी रब ने बनाया है, जिहड़ा तां मोर के खंभा नूं तकदा है उन्होंने रब का चेता आता, कहता वाह मालका तेरी कुदरत तो बलिहार जावा, इन्नी सुंदरता तू ये खंभा में भर दी। जिहड़ा मेरे वर्गा मोर के पैरों वाल देखता वो कहता कि सुंदरता की गल करता, जो पैर तो वेख किड्डे भैड़े। ध्यान देना बिरती है ना आपो अपनी, किसी की बिरती चंगे गुण धारण करती है, किसी की बिरती माड़िया पासे वाली जाती उन्हें औगणी तकनी। ध्यान देना गुरु प्यार वालियो, महाराज कहते ने कुत्ते विचों गुण लै कि वह वफादारी निभाउंदा है, कि उस तरह तू भी मालिक की याद में जुड़ना कर। हुण दूजा कुत्ता जिहड़ा अवारा ਉਹਦਾ भी जिक्र गुरु तेग बहादुर पातशाह ने किया कि मनुख की तुलना दी महाराज ने नाल। महाराज कहते ने सुख कै हेत बहुत दुख पावत। अगला वचन किया सेव करत है जान जान की। कहते सुख वास्ते बहुते दुख पाउंदा ये जीव, थां थां ते सेवा करदा फिरदा जने खने दी। सेव करत है जान जान की, द्वार है द्वार सुआण जिओ डोलत, लाज नह लोक हसन की। महाराज कहते ने जिवें दर दर ते अवारा कुत्ता डोलदा फिरदा ना,
ऐसी हालत उस मनुख की है जिहड़ा अपने मालक नूं छड्ड करके थां थां ते भटकदा फिरदा। उहनूं लोकां दे हसण दी भी लाज नहीं कि लोग मैनूं की कहणगे कि ये गुरु दा सिख कबर ते खलोता, ये गुरु दा सिख बंदे अगे हत्थ जोड़ी खलोता है, कि मैनूं गुरु कहणगे। ये भी लाज नहीं, कहंदे ने ਇਹਦੇ ਨਾਲ ਕੁੱਤਾ भी चंगा। ध्यान देना गुरु प्यार वालियो, महाराज कहते ने कूकर है ਉਹਦੇ नालों कूकर है, कूकर भी चंगा। पहला क्या तोला है, फिर कहते चंगा है। दूजा वचन क्या सूकर है, सूकर है कहते ने सूर नूं, ਜਿਹੜਾ गुरु के मंत्र तो हीना प्राणी है ਉਹਦੇ नालों सूर भी चंगा है। भगत कबीर साहब जी ने बड़ा सुंदर वचन लिखिया है, कबीर साकत ते सूकर भला राखै आछा गाओ, ਉਹ ਸਾਕਤ ਬੱਕਰਾ मर गया कोई ना लै है नाओ। बाबा कबीर जी कहते ने रब नालों टुटे हुए मनुख नालों ते सूर चंगा। ध्यान देना, साकत कहते टुटे हुए। तुसीं कीर्तन सोहले की बाणी का पाठ करते ना ते गुरु प्यार वाल असीं चौथे पातशाह का जदों वचन पढ़ते हैं, काम क्रोध नगर बहु भरिया मिल साधु खंडल खंडा है। इस पौड़ी के अंदर इस शब्द के अंदर रहाओ तो अगलियां पंक्तियां अंदर गुरु रामदास जी ने साकत की परिभाषा दसी है। साकत हर रस साध न जानिया, तिन अंतर हौमै कंडा ही, ज्यों ज्यों चल है जुगा दुख पाव है, जम काल सह है सिर डंडा है। महाराज कहते साकत वो है जिन्हें रब के नाम के रस के स्वाद को नहीं जानिया। क्यों नहीं जानिया? क्योंकि वो अंदर हौमे का कंडा है। जिमें जिमें चलता तो वह कंडा चुभता है तो वह दुख पाउंदा ते जमकाल साहे सिर डंडा है। अंत नूं फिर जमा का डंडा वो सिर ते वजदा आ करके जदों वो साकत बनता है। साकत कहते टुटे हुए नूं ते महाराज कहते ने कबीर साकत ते सूकर भला, टुटे हुए नालों तो सूकर सूर चंगा राखै आछा गाओ, क्योंकि वो नगर नूं साफ रखता, वो गंदगी खा जाता है। पर रब तो टुटिया हुआ जीव गंदगी फैलाउंदा है, कदी किसी नूं माड़ा कीता कदी किसी नूं माड़ा कीता, वो गंदगी पैदा करता है ते उहदे नालों तो सूर चंगा। कबीर साहब जी कहंदे ने वो साकत बकरा मर गया कोई ना लै है नाओ। रब तो टुटिया हुआ मर जाए तो कोई ना नहीं लेंदा। सूर नूं सारे याद करते भी चंगा हुंदा सी, पिंड की गंदगी साफ कर दिंदा। इस करके गुरु अर्जन देव पातशाह कह रहे ने गुर मंत्र ही नस जो प्राणी त्रिगंत जन्म प्रश्न है। गुरु के मंत्र तो गुरु के सिमरन तो हीरा जिहड़ा जीव है ਉਹਦਾ जीवन जिहड़ा भ्रष्ट है, ਉਹਦਾ जीवन जिहड़ा है वो त्रिकार योग है। कूकर है सूकर है गर्द बह काक है सरपण है तुल खल है। कहते वो कुत्ते दे दुल है सूर दे तुल, फिर कहते ये नाल वो भी चंगे। तीजा वचन वरतिया गर्द बह। गर्द बह कहते ने गधे, जिन्हों आप आम खोता शब्द भी वरत लेने। ध्यान देना गुरु प्यार वाल जदों विचरी दा ते गधे विच भी एक गुण पाया जाता है। गधे विच गुण ये है, पंजाब की धरती से तकिया अखी वेखिया गधियां ते मिट्टी भी धोंदे आ लोग। शहरों के आम भीड़ियां गलियां दे विच पहला गधियां नाल मिट्टी पाई जाती सी, हुण ते बड़ियां तकनीकां आ गई हैं। गुरु प्यार वाल पिंडां विच आम चलदे हुंदे घुमियार दे कोल, ते गुरु प्यार वाल एक दो बार घुमियार जिहड़ा सी गधियां नूं लै के जांदा सी। बाद विच उहनूं भी नाल जाण दी लोड़ नहीं पैंदी, गधे अपने आप तुरे जांदे। उहनां नूं पता सी कि असीं इसे डंडी ते जाना, इसे राह ते जाना, अपने आप चल के जांदे सन। वो प्यारे एक दो बार गया गधा आखे लग गया, राह पै गया। सानू तो गुरु नानक पातशाह ने पता नहीं कितनी बार गया, असीं अजे तक नहीं मनते पे। ध्यान देना गुरु प्यार वाल अजे तक नहीं मनते, तो फिर साडे हालात किहो जे ये सानू आप सोचना पवेगा। मैं इतिहास विचों एक वचन तुहाडे सामने रखना करा। धन गुरु अर्जन देव पातशाह जी का इतिहास पढ़िए ना, जिक्र मिलता है कि सतगुरां दे कोल एक किस्ता जात का कुत्ता रहिंदा सी, छोटी जी जात का। ते जत वाला कुत्ता बड़ा सुंदर हुंदा है। कहते ने वो रहिंदा सी सतगुरां दे पलंगे दे थल्ले। जदों सतगुरां ने उठना उन्हें पहले ही तुर पैना सतगुरां दे अगे ला करके, ते जदों आउणा उन्हें उत्थे आ करके बह जाना। जदों धन गुरु अर्जन देव पातशाह दे ग्रह विखे धन गुरु हरगोबिंद साहब महाराज का प्रकाश होया ना, ते प्यारे उस वेले पृथ्वी चंद ने गुरु हरगोबिंद साहब नूं मारन दे बड़े यतन कीते। विद्वानां ने लिखे हुए ने 4 यतन कीते ने। जो 40 दिनों की उम्र से दाई नूं भेजिया सी अस्कन नूं जहर लवा करके। फिर गुरु प्यार वाल 2 सालों की उम्र होई ते सप छड्डिया सी। फिर एक ब्राह्मण नूं सो लालच दे करके
ਤੇ ਉਹਨੂੰ ਆਖਿਆ ਸੀ ਦਹੀਂ ਵਿੱਚ ਜ਼ਹਿਰ ਪਾ ਕਰਕੇ ਤੇ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਮਾਰ ਦੇਣਾ ਕਰ। ਲਾਲਚ ਕਹਿੰਦੇ ਨੇ ਬੁਰੀ ਬਲਾ ਹੁੰਦਾ ਹੈ। ਗੁਰਬਾਣੀ ਵਿੱਚ ਇਹ ਵਚਨ ਲਿਖੇ ਨੇ ਕਿ ਜਿਹੜਾ ਲਾਲਚੀ ਬੰਦਾ ਉਹ ਹਲਕੇ ਕੁੱਤੇ ਵਰਗਾ ਹੁੰਦਾ। ਹੁਣ ਜਿਹੜਾ ਕੁੱਤਾ ਜਿਵੇਂ ਮੰਨ ਲਓ ਕਿਸੇ ਨੇ ਪਾਲਿਆ, ਪਰ ਜਦੋਂ ਉਹ ਹਲਕਾ ਹੋ ਜਾਵੇ ਨਾ, ਉਹਨੂੰ ਉਹਦੀ ਵੀ ਪਛਾਣ ਨਹੀਂ ਰਹਿੰਦੀ, ਜਿੰਨੇ ਪਾਲਿਆ ਉਹਨੂੰ ਵੀ ਵੱਢ ਖਾਂਦਾ, ਉਹ ਕਿਸੇ ਨੂੰ ਨਹੀਂ ਬਖਸ਼ਦਾ। ਇਸੇ ਤਰ੍ਹਾਂ ਜਿਹੜੇ ਬੰਦੇ ਨੂੰ ਲਾਲਚ ਹੋ ਜਾਵੇ ਨਾ, ਉਹ ਆਪਣੇ ਮਾਂ-ਬਾਪ ਨੂੰ ਵੀ ਗੇਰ ਮਾਰ ਦਿੰਦਾ। ਉਹ ਕਿਸੇ ਨੂੰ ਬਖਸ਼ਦਾ ਹੀ ਨਹੀਂ, ਸੋਚਦਾ ਨਹੀਂ ਵੀ ਇਹਨੇ ਮੈਨੂੰ ਪੈਦਾ ਕੀਤਾ, ਇਹਨੇ ਮੈਨੂੰ ਪਾਲਿਆ ਪੁੱਛਿਆ, ਉਹ ਮਾਂ-ਬਾਪ ਨੂੰ ਵੀ ਬਖਸ਼ਦਾ ਨਹੀਂ। ਆਪਾਂ ਆਮ ਹੀ ਘਟਨਾਵਾਂ ਇਹ ਸੁਣਦੇ ਤੇ ਪੜ੍ਹਦੇ ਰਹਿੰਦੇ ਆ, ਕਈਆਂ ਥਾਵਾਂ ਤੇ ਲਾਲਚ ਦੇ ਬਸ ਪੁੱਤਰਾਂ ਨੇ ਆਪਣੇ ਮਾਂ-ਬਾਪ ਮਾਰ ਦਿੱਤੇ, ਸੋ ਭੈਣ ਭਰਾ ਮਾਰ ਦਿੱਤੇ, ਕਿਉਂਕਿ ਲਾਲਚ ਵਿੱਚ ਇਹ ਚੀਜ਼ਾਂ ਭੁੱਲ ਜਾਂਦੀਆਂ ਨੇ। ਤੇ ਗੁਰਬਾਣੀ ਵਿੱਚ ਲਿਖਿਆ ਹੋਇਆ, ਜਿਉ ਕੂਕਰ ਹਰਕਾਇਆ ਢਾਵੈ ਦਹਿ ਸਜਾਏ, ਲੋਭੀ ਜੰਤ ਨ ਜਾਣਈ ਭਖ ਅਭਖ ਸਭ ਖਾਏ। ਕੋਈ ਵੀ ਗੱਲ ਮੈਂ ਤੁਹਾਡੇ ਨਾਲ ਪ੍ਰਮਾਣ ਤੋਂ ਬਿਨਾਂ ਨਹੀਂ ਕਰਾਂਗਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪ੍ਰਮਾਣ ਦੇ ਕੇ ਗੱਲ ਕਰਾਂਗਾ। ਪਾਤਸ਼ਾਹ ਨੇ ਹਰ ਗੱਲ ਦਾ ਜਿਹੜਾ ਹੀਲਾ ਹੱਲ ਜਿਹੜਾ ਹੈ ਉਹ ਗੁਰਬਾਣੀ ਵਿੱਚ ਲਿਖਣਾ ਕੀਤਾ ਹੈ। ਸੋ ਗੁਰੂ ਪਿਆਰ ਵਾਲਿਓ, ਉਸ ਵੇਲੇ ਲਾਲਚ ਦੇ ਵਸ ਪੰਡਤ ਗਿਆ, ਦਹੀਂ ਵਿੱਚ ਜ਼ਹਿਰ ਮਿਲਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਖਵਾਉਣ ਲੱਗਾ। ਜਾਣੀ ਜਾਣ ਪਾਤਸ਼ਾਹ ਨੇ ਉਸ ਵੇਲੇ ਖਾਣ ਤੋਂ ਇਨਕਾਰ ਕਰ ਦਿੱਤਾ ਅਤੇ ਆਮ ਬੱਚਿਆਂ ਦੇ ਵਾਂਗ ਚੀਕ ਮਾਰਨਾ ਕੀਤੀ। ਜਦੋਂ ਮਾਤਾ ਜੀ ਦੇ ਕੰਨੀ ਚੀਕ ਪਈ ਤੇ ਮਾਤਾ ਜੀ ਦੇ ਪੈਰਾਂ ਥੱਲੋਂ ਮਾਨੋ ਜ਼ਮੀਨ ਜਿਵੇਂ ਨਿਕਲ ਗਈ ਹੋਵੇ। ਗੁਰੂ ਪਿਆਰ ਵਾਲਿਓ, ਉਸ ਵੇਲੇ ਬੜਾ ਭੈ ਲੱਗਾ ਕਿ ਇਹੋ ਜਿਹੀ ਚੀਕ ਸਾਡੇ ਸਾਹਿਬਜ਼ਾਦੇ ਨੇ ਕਦੇ ਅੱਗੇ ਮਾਰੀ ਨਹੀਂ। ਝੱਟ ਸੇਵਾਦਾਰ ਨੂੰ ਭੇਜਿਆ ਕਿ ਜਾਓ ਪਤਾ ਕਰਕੇ ਆਓ ਕਿੱਥੇ ਹੈ ਸਾਹਿਬਜ਼ਾਦਾ। ਇੱਕ ਸੇਵਾਦਾਰ ਗੁਰੂ ਅਰਜਨ ਸਾਹਿਬ ਦੇ ਕੋਲ ਹਰਿਮੰਦਰ ਸਾਹਿਬ ਭੇਜ ਦਿੱਤਾ ਹੈ ਕਿ ਜਾਓ ਮਹਾਰਾਜ ਨੂੰ ਬੁਲਾ ਕੇ ਲਿਆਓ। ਸੋ ਇੰਨੇ ਚਿਰ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆ ਗਏ। ਮਾਤਾ ਜੀ ਨੇ ਮੱਥਾ ਟੇਕਿਆ, ਮਹਾਰਾਜ ਅੱਜ ਜਿਵੇਂ ਸਾਹਿਬਜ਼ਾਦੇ ਨੇ ਚੀਕ ਮਾਰੀ ਇੱਦਾਂ ਮੈਂ ਕਦੀ ਪਹਿਲਾਂ ਸੁਣੀ ਨਹੀਂ, ਬਾਰੇ ਪਤਾ ਨਹੀਂ ਕੀ ਕਾਰਨ ਹੈ। ਮਹਾਰਾਜ ਕਹਿੰਦੇ ਜਾਓ ਬੁਲਾ ਕੇ ਲਿਆਓ। ਉਸ ਪੰਡਤ ਨੂੰ ਵੀ ਬੁਲਾ ਕੇ ਲਿਆਂਦਾ। ਸੋ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੁੱਛ ਚੁੱਕੇ ਹੋਏ, ਛੋਟੀ ਉਮਰ ਵਿੱਚ ਸੀ। ਸੋ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਕਿਉਂ ਪੰਡਤ ਜੀ, ਸਾਹਿਬਜ਼ਾਦੇ ਨੇ ਕਿਉਂ ਚੀਕ ਮਾਰੀ ਹੈ? ਕਹਿਣ ਲੱਗਾ, ਮਹਾਰਾਜ ਪਤਾ ਨਹੀਂ, ਮੈਂ ਰੋਜ਼ ਦੀ ਤਰ੍ਹਾਂ ਦਹੀਂ ਖਵਾ ਰਿਹਾ ਸਾਂ, ਅੱਜ ਦਹੀਂ ਖਾ ਨਹੀਂ ਰਿਹਾ ਸੀ, ਮੈਂ ਥੋੜਾ ਜਿਹਾ ਝਿੜਕਿਆ ਤੇ ਚੀਕ ਮਾਰ ਦਿੱਤੀ। ਮਹਾਰਾਜ ਮੈਂ ਤੇ ਦਹੀਂ ਖਵਾ ਰਿਹਾ। ਮਹਾਰਾਜ ਕਹਿੰਦੇ ਸਾਡੇ ਸਾਹਮਣੇ ਖਵਾ। ਪੰਡਤ ਬੜਾ ਖੁਸ਼ ਹੋਇਆ ਕਿ ਹੁਣ ਮੇਰਾ ਪਾਪ ਜ਼ਾਹਰ ਨਹੀਂ ਹੋਵੇਗਾ। ਸੋ ਉਸ ਵੇਲੇ ਗੁਰੂ ਪਿਆਰ ਵਾਲਿਓ, ਸੋ ਪੰਡਤ ਨੇ ਦਹੀਂ ਖਵਾਉਣ ਦਾ ਯਤਨ ਕੀਤਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੁੱਖ ਪਾਸੇ ਕਰ ਲੈਣਾ ਕੀਤਾ। ਮਹਾਰਾਜ ਜਾਣੀ ਜਾਣ ਪਾਤਸ਼ਾਹ ਨੇ ਜਾਣਿਆ ਵੀ ਇਹਦੇ ਵਿੱਚ ਘਾਟ ਹੈ, ਪਰ ਸਤਿਗੁਰੂ ਪਾਤਸ਼ਾਹ ਸੋ ਦੁਨਿਆਵੀ ਤਰੀਕੇ ਨਾਲ ਹੀ ਉਹਨੂੰ ਪ੍ਰਗਟ ਕਰਨਾ ਚਾਹੁੰਦੇ ਸਨ। ਇਸ ਕਰਕੇ ਮਹਾਰਾਜ ਨੇ ਉਹ ਦਹੀਂ ਜਿਹੜਾ ਕੁੱਤੇ ਦੇ ਭਾਂਡੇ ਵਿੱਚ ਪਾ ਦਿੱਤਾ। ਮਹਾਰਾਜ ਨੇ ਉਸ ਕੁੱਤੇ ਨੂੰ ਆਵਾਜ਼ ਮਾਰੀ ਕਿ ਕੁੱਤੇ ਨੇ ਦਹੀਂ ਸੁਣ ਕੇ ਛੱਡ ਦਿੱਤਾ। ਕੁੱਤਾ ਬੜਾ ਸਿਆਣਾ ਹੁੰਦਾ, ਉਹਨੂੰ ਬੜੀ ਛੇਤੀ ਪਤਾ ਲੱਗਦਾ ਹੈ। ਮਾਨੋ ਕਿ ਜਿਵੇਂ ਸਤਿਗੁਰਾਂ ਨੂੰ ਦਰਸਾ ਰਿਹਾ ਹੋਵੇ ਕਿ ਮਹਾਰਾਜ ਜੀ ਮੈਂ ਇਹ ਖਾ ਲਿਆ ਤੇ ਮੈਂ ਤਾਂ ਨਰਕਾਂ ਨੂੰ ਜਾਵਾਂਗਾ। ਤੇ ਪਾਤਸ਼ਾਹ ਨੇ ਬਚਨ ਕੀਤਾ, ਤੂੰ ਛਕ ਲੈਣਾ ਕਰ, ਤੇਰੀ ਮੁਕਤੀ ਹੋ ਜਾਵੇਗੀ, ਤੇਰੀ ਕਲਿਆਣ ਹੋ ਜਾਵੇਗੀ, ਤੂੰ ਸਾਡੇ ਚਰਨਾਂ ਵਿੱਚ ਰਿਹਾ। ਤੇ ਗੁਰੂ ਪਿਆਰ ਵਾਲਿਓ, ਉਸ ਵੇਲੇ ਕੁੱਤੇ ਨੇ ਉਹ ਦਹੀਂ ਖਾਧਾ ਤੇ ਤੜਪ ਤੜਪ ਕਰਕੇ ਸਰੀਰ ਤਿਆਗ ਦੇਣਾ ਕੀਤਾ ਸੀ। ਤੇ ਗੁਰੂ ਪਿਆਰ ਵਾਲਿਓ, ਮੈਂ ਬਚਨ ਕਰਦਾ ਹੁੰਨਾ, ਸਾਡੇ ਨਾਲ ਤਾਂ ਕੁੱਤਾ ਚੰਗਾ ਜਿਹਨੇ ਬਚਨ ਬਣ ਕਰਕੇ ਗੁਰੂ ਸਾਹਿਬ ਦਾ ਦਹੀਂ ਖਾ ਲਿਆ, ਸਕਿੰਟ ਨਹੀਂ ਲਾਇਆ। ਉਸੇ ਵੇਲੇ ਗੁਰੂ ਚਰਨਾਂ ਦੇ ਵਿੱਚ ਆਪਣਾ ਜੀਵਨ ਜਿਹੜਾ ਉਹ ਵਾਰ ਦੇਣਾ ਕੀਤਾ ਹੈ। ਕੁੱਤਾ ਜਦੋਂ ਤੜਪ ਤੜਪ ਕੇ ਮਰਿਆ, ਮਹਾਰਾਜ ਨੇ ਬਚਨ ਕੀਤਾ, ਜਿਵੇਂ ਇਹ ਕੁੱਤਾ ਤੜਪ ਤੜਪ ਕੇ ਮਰਿਆ ਹੈ, ਇਹਨੂੰ ਦਹੀਂ ਪਾਉਣ ਵਾਲਾ ਵੀ ਉਵੇਂ ਤੜਪ ਤੜਪ ਕੇ ਮਰੇਗਾ। ਇਹਨਾਂ ਬਚਨ ਕਹਿਣ ਦੀ ਦੇਰ ਸੀ, ਬ੍ਰਾਹਮਣ ਉਲਟ ਕਰਕੇ ਡਿੱਗਾ, ਸੂਲ ਉੱਠੀ ਤੇ ਉਹ ਵੀ ਤੜਪ ਤੜਪ ਕੇ ਮਰਿਆ। ਹੁਣ ਕਈ ਵੀਰ ਕਹਿਣਗੇ ਇੱਥੇ ਕਿੰਤੂ ਕਰ ਦੇਣਗੇ ਵੀ ਇਹ ਕਿਵੇਂ ਹੋ ਸਕਦਾ। ਹੁਣ ਮੈਂ ਪ੍ਰਮਾਣ ਦੇਵਾਂਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਜੇ ਕਿਸੇ ਨੂੰ ਸ਼ੱਕ ਹੋਵੇ। ਭੈਰੋ ਰਾਗ ਦੇ ਵਿੱਚ ਸਤਿਗੁਰਾਂ ਦਾ ਸ਼ਬਦ ਹੈ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਵਿਚਾਰਿਆ, ਜਿਹਦੇ ਵਿੱਚ ਪ੍ਰਤੱਖ ਜਿਹੜੇ ਅਰਥ ਆਉਣਗੇ। ਮਹਾਰਾਜ ਕਹਿੰਦੇ ਨੇ, ਨੇਮ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏਗਾ ਸੂਲ। ਉੱਥੇ ਜ਼ਿਕਰ ਕੀਤਾ ਹੋਇਆ ਹੈ ਕਿ ਸਾਡੇ ਸਾਹਿਬਜ਼ਾਦੇ ਨੂੰ ਤਿਲ ਜਿੰਨਾ ਵੀ ਜ਼ਹਿਰ ਦਾ ਅਸਰ ਨਹੀਂ ਹੋਇਆ, ਤਿਲ ਜਿੰਨਾ ਵੀ ਖਤਰਾ ਨਹੀਂ, ਤੇ ਦੁਸ਼ਟ ਬ੍ਰਾਹਮਣ ਮੂਆ ਹੋਏਗਾ ਸੂਲ। ਮਹਾਰਾਜ ਕਹਿੰਦੇ ਨੇ, ਬ੍ਰਾਹਮਣ ਜਿਹੜਾ ਉਹਨੂੰ ਸੂਲ ਉੱਠੀ ਤੇ ਉਹ ਦੁਸ਼ਟ ਪਾਪੀ ਜਿਹੜਾ ਸੂਲ ਨਾਲ ਮਰਿਆ ਤੜਪ ਤੜਪ ਕਰਕੇ। ਅੱਜ ਅਸੀਂ ਕਹਿੰਦੇ ਵੀ ਕੋਈ ਸ਼ਕਤੀ ਨਹੀਂ ਹੈਗੀ, ਪ੍ਰਤੱਖ ਸਤਿਗੁਰਾਂ ਨੇ ਗੁਰਬਾਣੀ 'ਚ ਲਿਖੀ ਹੋਈ ਹੈ, ਪ੍ਰਮਾਣ ਬਕਾਇਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਦਾਸ ਗੱਲੀ ਬਾਤ ਦੀ ਗੱਲ ਨਹੀਂ ਕਰਦਾ ਹੁੰਦਾ, ਜਿਹੜਾ ਤੁਹਾਨੂੰ ਕਹਿੰਦਾ ਨਾ ਸ਼ਕਤੀ ਨਹੀਂ ਹੈਗੀ, ਉਹਨੂੰ ਕਹੋ ਭਾਈ ਗੁਰਬਾਣੀ ਪ੍ਰਮਾਣ ਦੇ ਕੇ ਸਾਨੂੰ ਦੱਸ ਕਿੱਥੇ ਲਿਖਿਆ ਨਹੀਂ ਹੈਗੀ।
ਗੱਲਾਂ ਬਾਤਾਂ ਦੇ ਵਿੱਚ ਅਸੀਂ ਆ ਕਰਕੇ ਅਸੀਂ ਵੀ ਮਗਰ ਲੱਗ ਜਾਂਦੇ ਹਾਂ ਕਿ ਸ਼ਾਇਦ ਹੈ ਹੀ ਕੋਈ ਨਹੀਂ। ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੇ ਥਾਂ ਦਾ ਜ਼ਿਕਰ ਕੀਤਾ ਹੋਇਆ ਜਿਹੜਾ ਸਾਨੂੰ ਇਹ ਸੇਧ ਦਿੰਦਾ ਹੈ ਕਿ ਕਿਤੇ ਭੁਲੇਖੇ ਵਿੱਚ ਨਾ ਪੈ ਜਾਇਓ। ਸੋ ਰਹੋ ਵਿਚਾਰ ਗੁਰੂ ਪਿਆਰ ਵਾਲਿਓ, ਸਾਡੇ ਨਾਲ ਤੇ ਉਹ ਚੰਗਾ ਜਿਹਨੇ ਗੁਰੂ ਦਾ ਹੁਕਮ ਮੰਨ ਕਰਕੇ ਜੀਵਨ ਜਿਹੜਾ ਉਹ ਤਿਆਗ ਦੇਣਾ ਕੀਤਾ। ਇੱਕ ਬਚਨ ਹੋਰ ਆਪ ਜੀ ਨਾਲ ਸਾਂਝਾ ਕਰਨਾ ਕਰਾਂ। ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ ਹੈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਦਾ। ਉੱਥੇ ਮਾਤਾ ਸਾਹਿਬ ਕੌਰ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੈ। ਉੱਥੇ ਪਹਿਲਾਂ ਨਿਰਮਲੇ ਮਹਾਤਮਾ ਦਾ ਪਹਿਰਾ ਹੁੰਦਾ ਸੀ। ਇੱਕ ਨਿਰਮਲੇ ਮਹਾਤਮਾ ਉੱਥੇ ਰਹਿੰਦੇ ਸਨ ਤੇ ਗੁਰੂ ਪਿਆਰ ਵਾਲਿਓ ਉਹਨਾਂ ਨੇ ਗਾਵਾਂ ਰੱਖੀਆਂ ਸੀ। 60 ਗਾਵਾਂ ਸੀ ਉਹਨਾਂ ਦੇ ਕੋਲ। ਰੋਜ਼ਾਨਾ ਹੀ ਉਹ ਗਾਵਾਂ ਨੂੰ ਗੁਰੂ ਪਿਆਰ ਵਾਲਿਓ ਪੱਠੇ ਆਪਣੇ ਹੱਥੀਂ ਪਾਉਂਦੇ ਸਨ ਤੇ ਜਿੰਨਾ ਦੁੱਧ ਹੁੰਦਾ ਸੀ ਚੋ ਕਰਕੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਕੇ ਆਉਂਦੇ ਸੀ। ਉਹਨਾਂ ਦੀ ਰੋਜ਼ ਦੀ ਸੇਵਾ ਸੀ। ਉਹਨਾਂ ਨੇ ਉੱਥੇ ਗੁਰੂ ਪਿਆਰ ਵਾਲਿਓ ਇੱਕ ਵਾਰ ਅਖੰਡ ਪਾਠ ਸਾਹਿਬ ਰਖਵਾਇਆ ਤੇ ਗੁਰੂ ਪਿਆਰ ਵਾਲਿਓ ਆਪਣੇ ਹੱਥੀਂ ਗਊਆਂ ਨੂੰ ਪੱਠੇ ਪਾ ਰਹੇ ਸਨ ਤੇ ਉਹਨਾਂ ਦਾ ਇੱਕ ਸੁਭਾਅ ਬਣਿਆ ਸੀ ਕਿ ਜਦੋਂ ਪੱਠੇ ਪਾਉਣੇ ਤੇ ਹਰ ਗਊ ਦੀ ਪਿੱਠ 'ਤੇ ਹੱਥ ਫੇਰਨਾ, ਜਿਹਦੇ ਪਿੱਠ 'ਤੇ ਹੱਥ ਫੇਰਨਾ ਉਹਨੇ ਪੱਠੇ ਖਾਣੇ, ਦੂਜੀ ਖਾਂਦੀ ਨਹੀਂ ਸੀ। ਧਿਆਨ ਦੇਣਾ, ਗੁਰੂ ਪਿਆਰ ਵਾਲੇ 2 ਗਊਆਂ ਰਹਿ ਗਈਆਂ। ਕਹਿੰਦੇ ਨੇ ਮਹਾਂਪੁਰਖ ਅੰਦਰ ਚਲੇ ਗਏ ਤੇ ਜਦੋਂ ਅੰਦਰੋਂ ਵਾਪਸ ਆਏ ਨਾ ਭੋਗ ਦੀ ਅਰਦਾਸ ਤੋਂ ਬਾਅਦ ਕੀ ਤੱਕਦੇ ਨੇ, ਉਹ ਗਊਆਂ ਦੇ ਅੱਖਾਂ 'ਚੋਂ ਨੀਰ ਵਗ ਰਿਹਾ ਹੈ। ਉਹਨਾਂ ਨੇ ਪੱਠੇ ਨਹੀਂ ਖਾਦੇ। ਕਿੰਨਾ ਪਿਆਰ ਬਣ ਗਿਆ। ਉੱਥੇ ਮਸਕੀਨ ਜੀ ਨੇ ਅੱਗੇ ਜਾ ਕੇ ਬਚਨ ਲਿਖਿਆ ਹੈ ਕਿ ਜਦੋਂ ਉਹਨਾਂ ਮਹਾਂਪੁਰਖਾਂ ਨੇ ਸਰੀਰ ਤਿਆਗਿਆ ਨਾ, ਉਹ 60 ਦੀਆਂ 60 ਗਊਆਂ ਨੇ ਇੱਕ ਪੱਠੇ ਦਾ ਤੀਲਾ ਵੀ ਆਪਣੇ ਅੰਦਰ ਨਹੀਂ ਲਗਾਇਆ। ਉਹਨਾਂ ਨੇ ਉਸ ਮਹਾਂਪੁਰਖ ਬਦਲੇ ਆਪਣਾ ਜੀਵਨ ਜਿਹੜਾ ਤਿਆਗ ਦਿੱਤਾ। ਕਿੰਨਾ ਉਹਨਾਂ ਦਾ ਆਪਾਂ ਕਹਿੰਦੇ ਪਸ਼ੂ ਹੈ, ਉਹ ਪਸ਼ੂ ਵੀ ਸਾਡੇ ਨਾਲੋਂ ਚੰਗੇ ਹੈ ਜਿਹੜੇ ਕਿਸੇ ਨਾਲ ਪਿਆਰ ਪਾ ਕਰਕੇ ਆਪਣਾ ਜੀਵਨ ਜਿਹੜਾ ਲੇਖੇ ਲਾ ਗਏ। ਗੁਰੂ ਪਿਆਰ ਵਾਲਿਓ, ਅਸੀਂ ਗੁਰੂ ਦੇ ਲੇਖੇ ਜੀਵਨ ਨਹੀਂ ਲਾਉਂਦੇ ਤੇ ਅਸੀਂ ਪਸ਼ੂਆਂ ਨਾਲੋਂ ਗਏ ਜਿਹੜੇ ਹੋਏ ਹਾਂ। ਇੱਕ ਬਚਨ ਹੋਰ ਆਪ ਜੀ ਦੇ ਸਾਹਮਣੇ ਰੱਖਾਂ। ਬਠਿੰਡੇ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਕਿਲੇ ਦੇ ਵਿੱਚ, ਸ਼ਾਇਦ ਤੁਸੀਂ ਦਰਸ਼ਨ ਕੀਤੇ ਹੋ। ਉਸ ਕਿਲੇ ਦੇ ਵਿੱਚ ਇੱਕ ਦਿਓ ਰਹਿੰਦਾ ਸੀ, ਪ੍ਰੇਤ ਰਹਿੰਦਾ ਸੀ। ਵੈਸੇ ਹੁਣ ਤਾਂ ਲੋਕ ਕਹਿਣ ਲੱਗ ਪਏ ਜੀ ਪ੍ਰੇਤ ਜੂਨੀ ਨਹੀਂ ਹੈਗੀ। ਗੁਰਬਾਣੀ ਵਿੱਚ ਤਾਂ ਵਾਰ-ਵਾਰ ਲਿਖਿਆ ਕਿ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ। ਪੜ੍ਹ ਕੇ ਦੇਖੋ ਸੁਖਮਣੀ ਸਾਹਿਬ। ਪ੍ਰੇਤ ਜੂਨ ਵੱਲ ਅਵਤਰ। ਹੋਰ ਵੀ ਪ੍ਰਮਾਣ ਅਨੇਕਾਂ ਹੈਗੇ ਜਿੱਥੇ ਇਹ ਸਿੱਧ ਹੁੰਦਾ ਹੈ। ਪਰ ਹੁਣ ਕਹਿਣ ਲੱਗ ਪਏ ਜੀ ਨਾ ਜੀ ਇਹ ਜੂਨੀ ਨਹੀਂ ਹੈਗੀ, ਸਿਆਣੇ ਹੋ ਗਏ ਗੁਰੂ ਨਾਲੋਂ। ਸੋ ਰਹੋ ਵਿਚਾਰ ਗੁਰੂ ਪਿਆਰ ਵਾਲਿਓ, ਉੱਥੇ ਪ੍ਰੇਤ ਰਹਿੰਦਾ ਸੀ। ਜਦੋਂ ਮਹਾਰਾਜ ਉੱਥੇ ਗਏ ਨਾ, ਉੱਥੋਂ ਦੇ ਲੋਕਾਂ ਨੇ ਬੇਨਤੀ ਕੀਤੀ ਮਹਾਰਾਜ ਇਹ ਸਾਨੂੰ ਬੜਾ ਤੰਗ ਕਰਦਾ ਹੈ, ਕਿਰਪਾ ਕਰੋ, ਰਹਿਮਤ ਕਰੋ, ਇਹਦੇ ਤੋਂ ਬਚਾਓ। ਤੇ ਗੁਰੂ ਪਿਆਰ ਵਾਲਿਓ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਕਿਰਪਾ ਕਰ ਦਿੰਦੇ ਆ, ਇਹ ਦੂਰ ਕਰ ਦਿੰਦੇ ਆ। ਉਹਨਾਂ ਨੂੰ ਪੰਡਤ ਲੋਕ ਇਕੱਠੇ ਹੋ ਕੇ ਆ ਗਏ। ਉਹਨਾਂ ਨੂੰ ਪਤਾ ਲੱਗ ਗਿਆ ਜੇ ਗੁਰੂ ਗੋਬਿੰਦ ਸਿੰਘ ਨੇ ਪ੍ਰੇਤ ਕੱਢ ਦਿੱਤਾ ਤੇ ਸਾਨੂੰ ਦੇ ਲੋਕਾਂ ਨੇ ਪੂਜਣਾ ਹੀ ਨਹੀਂ ਵੀ ਇੰਨੇ ਚਿਰ ਦੇ ਤੁਸੀਂ ਰਹਿੰਦੇ ਤੁਹਾਡੇ ਤੋਂ ਨਿਕਲੇ। ਉਹ ਭੱਜ ਕਰਕੇ ਦੌੜ ਕਰਕੇ ਸਤਿਗੁਰਾਂ ਕੋਲ ਆਏ ਤੇ ਕਹਿਣ ਲੱਗੇ ਕਿਉਂ ਨਹੀਂ ਪ੍ਰੇਤ ਨਿਕਲਣਾ, ਇਹ ਬਹੁਤ ਵੱਡਾ ਹੈ, ਤਾਂ ਬਲੀ ਦੇਣੀ ਪੈਣੀ ਹੈ, ਫਿਰ ਜਾ ਕਰਕੇ ਨਿਕਲੂਗਾ। ਮਹਾਰਾਜ ਉਹਨਾਂ ਦਾ ਕਾਜ ਵੀ ਘੇੜਨਾ ਚਾਹੁੰਦੇ ਸਨ। ਬਾਰੇ ਕਹਿੰਦੇ ਕਿਹਦੀ ਬਲੀ ਦੇਣੀ ਪਊਗੀ? ਕਹਿਣ ਲੱਗੇ ਜੀ ਹਾਥੀ ਦੀ ਬਲੀ ਦੇਣੀ ਪਊਗੀ। ਮਹਾਰਾਜ ਕਹਿਣ ਲੱਗੇ ਵੀ ਹਾਥੀ ਤਾਂ ਇੱਥੇ ਹੈ ਨਹੀਂ। ਕਹਿੰਦੇ ਚਲੋ ਕੋਈ ਝੋਟਾ ਆਦਿਕ ਹੋਵੇ, ਉਹਦੀ ਬਲੀ ਨਾਲ ਸਰ ਜਾਵੇਗਾ। ਸੋ ਮਹਾਰਾਜ ਨੇ ਸਿੰਘਾਂ ਨੂੰ ਭੇਜ ਦਿੱਤਾ, ਭਾਈ ਦਇਆ ਸਿੰਘ ਜਾਓ ਲੈ ਕੇ ਆਓ। ਤੇ ਗੁਰੂ ਪਿਆਰ ਵਾਲਿਓ ਲੈਣ ਵਾਸਤੇ ਗਏ ਲਾਗੇ ਨਗਰ ਦੇ ਵਿੱਚੋਂ। ਉਹ ਪਿੰਡ ਦੇ ਲੋਕਾਂ ਨੇ ਜਦੋਂ ਉਹਨਾਂ ਨੂੰ ਪੁੱਛਿਆ ਵੀ ਸਾਨੂੰ ਇਸ ਤਰ੍ਹਾਂ ਸਤਿਗੁਰਾਂ ਨੇ ਭੇਜਿਆ ਝੂਟਾ ਲੈਣ ਵਾਸਤੇ, ਉਹਨਾਂ ਨੇ ਮਖੌਲ ਕੀਤਾ। ਇੱਕ ਜਿਹੜਾ ਮਾਰਕਾ ਜਿਹਾ ਪਿੰਡ ਵਿੱਚ ਛੱਡਿਆ ਹੋਇਆ ਸੀ ਨਾ, ਜਿਹੜਾ ਕਿਸੇ ਨੂੰ ਲਾਗੇ ਨਹੀਂ ਸੀ ਲੱਗਣ ਦਿੰਦਾ, ਉਹਦੇ ਵੱਲ ਇਸ਼ਾਰਾ ਕਰ ਦਿੱਤਾ ਵੀ ਆਓ ਖੜਾ ਜੀ ਲੈ ਜਾਓ। ਉਸ ਵੇਲੇ ਭਾਈ ਦਇਆ ਸਿੰਘ ਉੱਧਰ ਗਏ, ਜਾ ਕੇ ਉਹਨੂੰ ਕਹਿੰਦੇ ਭਾਈ ਤੈਨੂੰ ਸਤਿਗੁਰਾਂ ਨੇ ਬੁਲਾਇਆ। ਹੁਣ ਮੇਰੇ ਵਰਗਾ ਹੋ ਸਕਦਾ ਕੋਈ ਤਰਕ ਕਰ ਦੇਵੇ ਵੀ ਇਹ ਕਿਵੇਂ ਹੋ ਸਕਦਾ? ਗੁਰਬਾਣੀ ਤੇ ਕਹਿੰਦੀ ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲ ਹੈ ਲੱਖ ਤਰੀ ਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਜਲ ਅਨੰਤ, ਸਭ ਕੁਝ ਰੱਬ ਦੇ ਭੈ ਵਿੱਚ ਤੇ ਗੁਰੂ ਦੇ ਭੈ ਵਿੱਚ। ਗੁਰ ਪਰਮੇਸ਼ਰ ਏਕੋ ਜਾਣ, ਕਿਉਂਕਿ ਕੋਈ ਹੈ ਨਾ, ਵੱਖਰਾ ਨਹੀਂ ਨਾ। ਇਸ ਕਰਕੇ ਉਹਦੇ ਭੈ ਵਿੱਚ ਉਹਦੇ ਆਖੀ ਹਰ ਇੱਕ ਨੇ ਲੱਗਣਾ ਹੀ ਲੱਗਣਾ ਹੈ। ਤੇ ਗੁਰੂ ਪਿਆਰ ਵਾਲੇ ਜਦੋਂ ਭਾਈ ਦਇਆ ਸਿੰਘ ਨੇ ਆਖਿਆ ਤੈਨੂੰ ਸਤਿਗੁਰਾਂ ਨੇ ਬੁਲਾਇਆ ਹੈ, ਤੇ ਉਹ ਝੋਟਾ ਅੱਗੇ ਲੱਗ ਕੇ ਤੁਰ ਪਿਆ। ਲੋਕ ਹੈਰਾਨ ਹੋ ਗਏ ਵੀ ਜਿਹੜਾ ਕਿਸੇ ਨੂੰ ਲਾਗੇ ਨਹੀਂ ਸੀ ਲੱਗਣ ਦਿੰਦਾ, ਇਹਨਾਂ ਦੇ ਅੱਗੇ ਲੱਗ ਕੇ ਚੱਲ ਪਿਆ। ਕਹਿੰਦੇ ਨੇ ਆਪ ਚੱਲ ਕਰਕੇ ਗਿਆ। ਕਿਲੇ ਦੀ ਕੰਧ ਬੜੀ ਚੌੜੀ, ਦਾਸ ਨੇ ਅੱਖੀ ਵੇਖੀ, ਤਕਰੀਬਨ ਉੱਥੇ 2 ਗੱਡੀਆਂ ਚੱਲ ਸਕਦੀਆਂ ਇੰਨੀ ਚੌੜੀ ਕੰਧ ਹੈ। ਕਿਲੇ ਦੀ ਗੁਰੂ ਪਿਆਰ ਵਾਲੇ ਉੱਪਰ ਤੱਕ ਪੌੜੀਆਂ ਬਣੀਆਂ ਹੋਈਆਂ ਨੇ। ਕੰਧ ਦੇ ਨਾਲ 4 ਫੇਰੇ
कि वो झूठा आप चल करके गया तो पौड़ियां चढ़ के उन्हें उपरों छाल मार देना कीर्ति। तो गुरु प्यार वाले अपना जीवन लेखे ला दिता। मैं तो कहांगा भी उन्हां नालों तो झूठा भी चंगा है जिहड़े गुरु का बोल नहीं मनते। ध्यान देना, ये प्रमाण मैं तां दे रहा है। आपां कहते हैं पशु, पशुओं ठीक है ज्ञान नहीं, पर कई पशु भी पशु हो के पशु नहीं, तो कई मनुख हो के भी मनुख नहीं। जिसे सुखमणी साहब पढ़ो तो पातशाह कहते हैं करतूत पशु की मानस जात लोक प्रचारा करै दिन रात। करतूत का अर्थ है कम। मारे कहते कम तेरे पशुओं वाले, शरीर ही केवल मनुखों वाला है। कई बार ऐसा भी होता है, कई पशु भी पशु नहीं ते कई मनुख भी मनुख नहीं। कई पशुओं ने मनुखों वाले कर्म किए ते कई मनुखों ने पशुओं वाले कर्म किए। ध्यान देना गुरु प्यार वाले, एक थां ते वचन आउंदा गुरबाणी विच, सगल शरीर शरीर सब आवत काम, निष्फल मनुख जपै नहीं नाम। बाले कहते बाकी सारे शरीर काम आ जाते हैं, पर मनुख ही व्यर्थ है जिहड़ा रब का नाम नहीं जपदा, मालिक की बंदगी नहीं करता, परमेश्वर की बंदगी नहीं करता। इहदे नालों ते पशु जानवर भी चंगे ने। गुरु प्यार वाले पातशाह कहते जिहड़ा गुरु के मंत्र तो हीना है वो तो गधे वर्गा है, पर फिर कहते गधे विच भी एक गुण है, क्योंकि उन्होंने एक दो बार घुमियार फड़ के ले जाता है, तीजी बार फड़ के ले जाने की लोड़ नहीं, अपने आप उस रस्ते से चल पैंदा है। सिखा तैनूं तां पता नहीं कितनी बार गुरु साहब जी समझा गए ने ते समझाई जा रहे हैं, पर जे तू अजे भी मार्ग पर नहीं चलता तो तू गधे नालों भी गया गुजरिया हो। ध्यान देना, अगे एक ये भी वचन ध्यान नाल सुनियो। महाराज की बाणी में बड़ा सुंदर वचन है। महाराज कहते तुसीं आ जिहड़े दुनिया में खोते वेखदे जे ना, ये असली खोते नहीं जे। आओ तुहानूं असली खोतियां दे दर्शन कराइए। असली खोते किहड़े है? महाराज की बाणी पूछो। महाराज की बाणी कहती नानक ते नर असल खर, जे बिन गुण गर्भ ग्रंथ। महाराज की बाणी कहती वो असली खोते ने मनुख ਜਿਹੜੇ ਬਿਨਾਂ ਹੀ ਗੁਣਾ ਤੋਂ ਹੰਕਾਰ ਕਰੀ ਬੈਠੇ, ਜਿਨ੍ਹਾਂ ਦੇ ਪੱਲੇ ਵੀ ਕੱਖ ਨਹੀਂ ਤੇ ਹੰਕਾਰ ਕਰੀ ਜਾਂਦੇ ਨੇ ਕਿ ਮੈਂ ਸਭ ਕੁਝ ਹੈ, ਮੇਰੇ ਵਰਗਾ ਕੋਈ ਨਹੀਂ। ਕਹਿੰਦੇ ਨੇ ਉਹ ਅਸਲੀ ਖੋਤੇ ਨੇ, ਇਹਨਾਂ ਨੂੰ ਅਸਲੀ ਖੋਤੇ ਨਾ ਸਮਝੋ ਜਿਹੜੇ ਦੁਨੀਆ 'ਚ ਹੋਏ ਫਿਰਦੇ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਉਹਦੇ ਵਿੱਚ ਵੀ ਗੁਣ ਹੈ। ਗਰਦ ਹੈ, ਕੱਕ ਹੈ। ਕੱਕ ਹੈ ਕਹਿੰਦੇ ਨੇ ਕਾਮ, ਕਹਿੰਦੇ ਨੇ ਉਹ ਮਨੁੱਖ ਕਾਂ ਦੇ ਤੁੱਲ, ਪਰ ਕਾਂ ਦੇ ਵਿੱਚ ਵੀ ਇੱਕ ਗੁਣ ਹੈ। ਜਦੋਂ ਕਿਤੇ ਕਾਂ ਨੂੰ ਕੋਈ ਰੋਟੀ ਦਾ ਟੁਕੜਾ ਮਿਲ ਜਾਵੇ ਜਾਂ ਮਾਸ ਦਾ ਟੁਕੜਾ ਮਿਲ ਜਾਵੇ, ਉਹ ਇਕੱਲਾ ਨਹੀਂ ਖਾਂਦਾ, ਕਾਂ ਕਾਂ ਕਰਕੇ ਰੌਲਾ ਪਾ ਕੇ ਬਾਕੀਆਂ ਨੂੰ ਇਕੱਠੇ ਕਰ ਲੈਂਦਾ, ਵੰਡ ਕੇ ਖਾਣ ਦਾ ਉਹਦੇ ਵਿੱਚ ਗੁਣ ਹੈ। ਪਰ ਮਨੁੱਖ ਨੂੰ ਚੀਜ਼ ਮਿਲ ਜਾਵੇ ਕਹਿੰਦਾ ਦੂਜੇ ਨੂੰ ਪਤਾ ਨਾ ਲੱਗੇ। ਧਿਆਨ ਦੇਣਾ, ਉਹਦੇ ਵਿੱਚ ਵੀ ਇੱਕ ਗੁਣ ਹੈ। ਕਹਿੰਦੇ ਇਹਦਾ ਜੀਵਨ ਉਹਦੇ ਨਾਲੋਂ ਵੀ ਗਿਆ ਗੁਜ਼ਰਿਆ। ਤੇ ਅਗਲਾ ਬਚਨ ਕੀਤਾ ਸਰਪਣ ਹੈ ਤੁਲ ਖਲਹੇ। ਸਰਪ ਕਹਿੰਦੇ ਨੇ ਸੱਪ ਨੂੰ, ਕਹਿੰਦੇ ਨੇ ਸੱਪ ਵਰਗਾ ਇਹਦਾ ਜੀਵਨ ਹੈ। जिवें पहला पंक्ति पढ़ी सी, बिन सिमरन जो जीवन बलना सर्प जैसे हरजारी। सप वर्गा जीवन है, पर जे तकिया जाए सप नालों भी गया गुजरिया मनुख है। क्योंकि सप विच भी एक गुण है कि वो बीन के उपर प्यारे कीलिया जाता है, मंत्रा नाल कीलिया जाता है। तू पता ही नहीं गुरु का मंत्र कितनी बार पढ़िया तो कितनी बार सुनिया, पर तेरा मन अजे भी कीलिया नहीं है, तू अजे भी गुरु के लड़ नहीं लगा, तू सप नालों भी गया गुजरिया होया है। गुरु प्यार वाले सिमरन तो बिना असी इन्हां पशुओं नालों भी पढ़े, क्योंकि पशुओं में भी गुण है। पातशाह कहते हैं पशु मिले चंगियाइयां खड़ खावा है अमृत देह। पशुओं को चंगियाइयां मिलदियां ने, वो सुके टांडे सुकी तूड़ी खा के भी अमृत वर्गा दुध दिंदे ने। नाम भी हुने आदमी त्रेग जीवन कर्म करे। मारे कहते जिहड़े नाम तो हीने मनुख ने वो तो त्रिकार जो कर्म करते हैं, लाहनत जो कर्म करते हैं, उन्होंने कर्मां नूं लाहनत पाई मेरे पातशाह ने। एक थां ते पातशाह कहते नरू मरै नर काम न आवै, पशु मरै 10 काज सवारै। मनुख मर जाए किसी काम नहीं आउंदा, कहते पशु मर जाए तो 10 काज सवारदा। अजोकी विद्वानां ने होर ही अर्थ कढ मारे, कहते मनुख विचों मनुख वाले गुण मर जाण। पर प्रोफैसर साहब सिंह नूं पढ़ के वेखो, उन्होंने अर्थ किया है मनुख मर जाए तो किसी काम नहीं आता। हुण कहणगे जी मनुख के तो अंग काम आ जाते, पर आप किन्ने क लियाउने उस वेले साड़न की करते हैं, पर पशुओं के तो काम सारिਆਂ ਦੇ आउंदे। उस वाल इशारा है, ਇਹਦਾ अर्थ ये नहीं जिहड़ा असीं लै रहे हैं। ध्यान देना गुरु प्यार वालिओ, मनुख के अंगां की हद सीमा है कि 24 घंटिया तक अखां नूं वरतिया जा सकता, उदों बाद डेड है। सीमा ना पशु की कोई सीमा नहीं, जिन्ना चਿਰ मर्जी वरती जाओ।
ध्यान देना गुरु प्यार वाली सीमा लंघ गई ते खत्म हो जाने। कहते ने तेरे नालों ते वो पशु चंगा है जिहड़ा जिउंदियां भी अमृत वर्गा रुंदा रहा, मरण तो बाद भी उहदे हड्ड भी वेख के चम भी वेख के उहने 10 काल ही सवारे। तू जिउंदियां भी नाम जपण तो बिना जीवन बर्बाद कीता ते मरण तो बाद भी तू घरदियां दा खर्चा ही कराया, होर तां कुछ नहीं पल्ले पाया। ध्यान देना गुरु प्यार वाला नुकसान ही कराए, काम तो नहीं होगा। सो इस करके पातशाह की बाणी कहती है तेरे नालों ते मनुख है मनुख वो पशु भी चंगा है जे तू नाम नहीं जपदा। सारियां दी गल नहीं कीती, जिहड़ा नाम नहीं जपदा, जिहड़ा रब की बंदगी नहीं करता। एक वचन कह के मैं समाप्ति करा। गुरु प्यार वाले भाई गुरदास ने एक वचन लिखिया है, पशुआ मनुखा दे अंतर अंतर एह शब्द सुरत को विवेक अविवेक है। कहते मनुख ते पशु दे देह विच यही अंतर है कि मनुख नूं ज्ञान है शब्द बोलण दा ते पशु नूं ज्ञान नहीं गा। ध्यान देना अगला वचन कहते पशु हरियाओ कहो सुनियो अण सुनियो करियो। कहते जो हरियाऊ पशु हुंदा ना, हरियाऊ पशु हुंदा जिहड़ा फड़िया ना जावे, दौड़ दौड़ के जावे, काबू ना आवे। कहते उन्होंने भावें कुट कुट के लियाओ वो फिर भी कहा भावें दबके मारो, कहा सुनिया अणसुनिया कर दिंदा है, फिर उस पासे जाता है। पर जिहड़ा मानस जन्म उपदेश जिहदा टेक है, पर मनुख जन्म जिहड़ा है ये गुरु के उपदेश द्वारा मुड़दा है। इहदे हिरदे विच गुरु के उपदेश की टेक वस जावे ते ये तर जाता है। अगला वचन भाई साहब जी लिखते ने, शब्द सुरत सुण बोलै विवेकी। शब्द सुरत सुण समझ बोलै विवेकी, नातर अचेत पस भेद हूँ मैं एक है। कहते जे शब्द सुरत विच जुड़ी हुई है शब्द विच ते समझ करके बोलता है, कहते ये ज्ञानी है, नहीं तो ये पशुओं ते प्रेतां नालों भी भैड़ा है, ये रब की बंदगी तू हीना है। गुर मंत्र ही नस जो प्राणी त्रिगंत जन्म भ्रष्ट है। जिहड़ा गुरु के मंत्र तू हीना जीव है ਉਹਦਾ जीवन जिहड़ा त्रिकाल योग है। इस करके गुरु प्यार वालियों आपां गुरु मंत्र के धारनी होइए, भाव कि वाहिगुरू का सिमरन करिए, बाणी पढ़िए, सेवा सिमरन करिए, सत संगत करिए ते अपना जीवन जिहड़ा सवारना करिए, तां ही साडा जिहड़ा आउणा वो सफला होवेगा, नहीं तो जीवन व्यर्था होवेगा। गुरु कृपा करे सानू ऐसी मत आ जावे। समूह संगतां दा, प्रबंधकां दा, गुरु के वजीरां दा बहुत बहुत धन्यवाद। कोटान कोट धन्यवाद साहिब श्री गुरु ग्रंथ साहिब जी का। भुलां चुकां दी क्षमा बख्शियो। वाहिगुरू जी का खालसा, वाहिगुरू जी की फतेह। राम